ਹੁਣ ਭਾਈ ਮਲਕੀਤ ਸਿੰਘ ਜੀ ਆਪਣੇ ਡਾਚਰ ਵਾਲੇ ਆਪਾਂ ਨੂੰ ਥੋੜ੍ਹੇ ਸਮੇਂ ਵਾਸਤੇ ਗੁਰੂ ਚਰਨਾਂ ਨਾਲ ਜੋੜਨਗੇ ਸ਼ਬਦ ਦੀ ਵਿਚਾਰ ਕਰਕੇ। ਉਸ ਤੋਂ ਬਾਅਦ ਫਿਰ ਇੱਥੇ ਦੀਵਾਨ ਦੀ ਸਮਾਪਤੀ ਹੈ, ਇੱਥੇ ਹੀ ਅੰਮ੍ਰਿਤ ਸੰਚਾਰ ਹੋਣਾ ਹੈ। ਇਸ ਕਰਕੇ ਥੋੜ੍ਹੀ ਅੱਜ ਜਲਦੀ ਕੀਤੀ ਗਈ ਹੈ। ਤੇ ਹੁਣ ਭਾਈ ਮਲਕੀਤ ਸਿੰਘ ਜੀ ਗੁਰੂ ਚਰਨਾਂ ਨਾਲ ਜੋੜਨਗੇ ਸ਼ਬਦ ਵਿਚਾਰ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੇਤਾ ਸਮੁੰਦ ਸਾਗਰ ਨੀਰ ਭਰਿਆ, तेते अवगुण हमारे। दया करो किछ मेहर उपावो, डूब दे पत्थर तारे। तुमरी शरण तुम्हारी आसा, तुम ही सजन सुहेले। राखो राखन हार दयाला, नानक घर के गोले। ज्ञान ध्यान किछ कर्म न जाना, नाहिन निर्मल करणी। साध संगत कै अंचल लावो, बिखम नदी जाए तरणी। राजान राज पानान पान, देवान देव उपमा महान। सर्व कला समरथ धन साहिब श्री गुरु ग्रंथ साहिब महाराज। सतगुरां दी पावन हजूरी अंदर जुड़ बैठे गुरु रूप गुरु खालसा साध संगत जीओ। वडभागी हाँ जो कि हर पूर्णमाशी की तरह धन धन साहिब श्री गुरु ग्रंथ साहिब महाराज सतगुरां दी पावन पवित्र हजूरी अंदर जुड़ बैठे हाँ। सारी संगत दशमेश पिता महाराज जी की बुलाई हुई फतेह नाल एक बार सांझ पा के सारे अपनी रसना पवित्र करो। आखो जी वाहिगुरू जी का खालसा, वाहिगुरू जी की फतेह। गुरु रूप गुरु प्यारी साध संगत जीओ, जिस अस्थान ते आपां बैठे हाँ ये पावन अस्थान नानकसर, जिहदे बाबत आपां सुणदे भी हाँ। नानकसर भगती दा घर। नानकसर भगती दा घर किवें है? अमृत वेले तो साध संगत श्री जपजी साहब जी दे पाठ तो शुरू हो करके श्री सुखमनी साहब दे पाठ उपरंत आसा दीदी वार दे कीर्तन गुरबाणी दे अजप्पा जाप जड़े ने गुरु घर विखे हुंदे ने। ते साध संगत संध्या वेले भी पहलां जिथे कथा विचार हुंदी है उत्थे इस पावन अस्थान ते फिर श्यामां दे कीर्तन दे दीवान सजदे ने। ते साध संगत इलाके दियां संगतां जड़ियां ने नतमस्तक हुंदियां ने। कहण तो भाव वधेरे गुरबाणी दा साध संगत इस पावन अस्थान ते जड़ा धुर की बाणी होई आई होई दा साध संगत अजप्पा जाप चलदा। इस करके कहा गया नानकसर भगती दा घर। ते साध संगत सतगुरां दा पावन गुरबाणी अंदर फरमान है, सेवक सिख पूजन सब आवें, सब गावें हर हर उत्तम बाणी। गाविया सुनिया तिनका हर थाएं पावै, जिन सतगुर की आज्ञा सत सत कर मानी। सतगुरु गुरु अर्जन देव पातशाह महाराज शहीदां दे सरताज पावन गुरबाणी अंदर सानू कलयुगी जीवां नू समझाउणा करदे ने। हे भाई सेवक सिख सारे ही इस पावन दर ते
ਗੁਰਬਾਣੀ ਗਾਇਨ ਕਰਨ ਆਉਂਦੇ ਨੇ, ਗੁਰਬਾਣੀ ਸੁਣਨ ਵਾਸਤੇ ਆਉਂਦੇ ਹਨ। ਸੇਵਕ ਸਿੱਖ ਪੂਜਣ ਸਭ ਆਵੇਂ। ਪਰ ਸਤਿਗੁਰ ਪਾਤਸ਼ਾਹ ਮਹਾਰਾਜ ਨੇ ਪਾਵਨ ਗੁਰਬਾਣੀ ਦੇ ਵਿੱਚ ਇੱਕ ਵਿਸ਼ੇਸ਼ ਗੱਲ ਕਹੀ ਹੈ। ਕਹਿੰਦੇ ਸਭ ਗਾਵੇਂ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੈ। ਕਹਿੰਦੇ ਗਾਵਿਆ ਤੇ ਸੁਣਿਆ ਉਹਨਾਂ ਦਾ ਥਾਂ ਪੈਂਦਾ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਭਾਵ ਜਿਨ੍ਹਾਂ ਨੇ ਗੁਰੂ ਦੀ ਆਗਿਆ ਨੂੰ, ਗੁਰੂ ਦੇ ਬਚਨਾਂ ਨੂੰ ਸਹੀ ਜਾਣ ਕੇ ਆਪਣੇ ਜੀਵਨ ਦੇ ਉੱਤੇ ਗੁਰੂ ਦੀ ਵਿਚਾਰਧਾਰਾ ਨੂੰ ਲਾਗੂ ਕੀਤਾ, ਗੁਰੂ ਦੀ ਵਿਚਾਰਧਾਰਾ ਦੇ ਅਨੁਸਾਰ ਜਿਨ੍ਹਾਂ ਨੇ ਆਪਣੇ ਜੀਵਨ ਦੀ ਜੁਗਤ ਨੂੰ ਜਿਉਣ ਦੀ, ਉਸ ਪਰਮੇਸ਼ਰ ਦੇ ਹੁਕਮ ਅਨੁਸਾਰ ਜੁਗਤ ਨੂੰ ਪਛਾਣਿਆ, ਉਹ ਗੁਰੂ ਕੀ ਕਿਰਪਾ ਦੇ ਪਾਤਰ ਬਣੇ। ਹੁਣ ਆਪਾਂ ਗੁਰਬਾਣੀ ਵਿੱਚ ਪੜ੍ਹਦੇ ਹਾਂ, ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾਂ ਜਗ ਖਾਇਆ, ਮਨਮੁਖ ਖਾਧੇ ਗੁਰਮੁਖ ਉਬਰੇ ਜਿਨੀ ਸੱਚ ਨਾਮ ਚਿਤ ਲਾਇਆ। ਬਿਨ ਨਾਵੈ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ। ਸੁਣਨ ਦੇ ਵਿੱਚ ਸਾਧ ਸੰਗਤ ਆਮ ਕਰਕੇ ਇਹ ਗੱਲ ਬੜੀ ਮਸ਼ਹੂਰ ਹੈ ਵੀ ਮਾਇਆ ਮਮਤਾ ਮੋਹਣੀ ਜਿਹੜੀ ਹੈ ਇਹਦੇ ਤੋਂ ਬਚਣਾ ਚਾਹੀਦਾ ਤੇ ਇਹਨੇ ਸਾਰੇ ਸੰਸਾਰ ਨੂੰ ਖਾ ਲਿਆ। ਗੁਰਬਾਣੀ ਦਾ ਪ੍ਰਕਰਣ ਵੀ ਇਹੀ ਹੈ। ਸਤਿਗੁਰ ਪਾਤਸ਼ਾਹ ਮਹਾਰਾਜ ਕਹਿੰਦੇ ਐ ਗੁਰਸਿੱਖਾ, ਇਸ ਮਾਇਆ ਨੇ ਸਾਰੇ ਸਮੁੱਚੇ ਸੰਸਾਰ ਨੂੰ ਹੀ ਨਿਗਲ ਲਿਆ। ਸਾਧ ਸੰਗਤ ਸਾਡੇ ਮਨ ਦੀ ਇੱਕ ਸੋਚ ਹੈ ਵੀ ਮਾਇਆ ਦਾ ਬਹੁਤਾ ਮਾਣ ਨਹੀਂ ਕਰਨਾ ਚਾਹੀਦਾ, ਪਰ ਮੈਂ ਅਕਸਰ ਬੇਨਤੀ ਕਰਦਾ ਹੁੰਨਾ ਵੀ ਗੁਰਸਿੱਖ ਕੋਲ ਮਾਇਆ ਜਿੰਨੀ ਹੋਵੇ ਓਨੀ ਥੋੜ੍ਹੀ ਹੈ। ਕਿਉਂਕਿ ਸਾਧ ਸੰਗਤ ਮਾਇਆ ਗੁਜਰਾਨ ਹੈ, ਮਾਇਆ ਦੇ ਬਿਨਾਂ ਗ੍ਰਸਤੀ ਨਹੀਂ ਚੱਲਦੀ। ਤੇ ਕਿਉਂਕਿ ਸਾਰੇ ਅਸੀਂ ਜ਼ਿਮੀਂਦਾਰ ਭਰਾ ਵੀ ਬੈਠੇ ਹਾਂ ਤੇ ਸਾਧ ਸੰਗਤ ਸਤਿਗੁਰ ਪਾਤਸ਼ਾਹ ਮਹਾਰਾਜ ਸਮਝਾਉਣਾ ਕੀ ਚਾਹ ਰਹੇ ਨੇ ਸਾਨੂੰ ਪਾਵਨ ਗੁਰਬਾਣੀ ਅੰਦਰ। ਸਤਿਗੁਰੂ ਕਹਿੰਦੇ ਮਾਇਆ ਤੋਂ ਬਿਨਾਂ ਗੁਜ਼ਾਰਾ ਨਹੀਂ, ਮਾਇਆ ਗੁਜਰਾਨ ਹੈ। ਇਹ ਗੁਰਸਿੱਖਾ, ਮਾਇਆ ਕੇਵਲ ਜੇਬ ਤੱਕ ਸੀਮਤ ਹੋਵੇ। ਜਦੋਂ ਮਾਇਆ ਦਾ ਮਨੁੱਖ ਅਹੰਕਾਰ ਕਰਨ ਲੱਗਦਾ ਹੈ, ਮਾਇਆ ਜਦੋਂ ਮਨ 'ਤੇ ਅਸਰ ਕਰਦੀ ਹੈ ਤੇ ਉਦੋਂ ਇਹ ਵੱਡੇ ਵੱਡੇ ਘਰ ਜਿਹੜੇ ਨੇ ਉਹ ਡੋਬ ਦਿੰਦੀ ਹੈ। ਇਸ ਕਰਕੇ ਸਤਿਗੁਰ ਪਾਤਸ਼ਾਹ ਮਹਾਰਾਜ ਨੇ ਸਮਝਾਉਣਾ ਕੀਤਾ, ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾਂ ਜਗ ਖਾਇਆ। ਸਤਿਗੁਰ ਪਾਤਸ਼ਾਹ ਕਹਿੰਦੇ ਇਹਨੇ ਬਿਨਾਂ ਦੰਦਾਂ ਤੋਂ ਸੰਸਾਰ ਨੂੰ ਖਾ ਲਿਆ। ਪਰ ਸਵਾਲ ਇਹ ਉੱਠਦਾ ਵੀ ਬਚੇ ਕੌਣ ਨੇ? ਸਤਿਗੁਰੂ ਕਹਿੰਦੇ ਮਨਮੁਖ ਖਾਧੇ ਗੁਰਮੁਖ ਉਭਰੇ। ਉਭਰੇ ਤੋਂ ਭਾਵ ਬਚ ਗਏ। ਕਹਿੰਦੇ ਜਿਹੜੇ ਮਨਮੁਖ ਸਨ, ਮਨ ਦੀ ਮੱਤ ਪਿੱਛੇ ਤੁਰ ਕੇ ਕੰਮ ਕਰਨ ਵਾਲਿਆਂ ਨੂੰ ਇਸ ਮਾਇਆ ਨੇ ਖਾ ਲਿਆ। ਤੇ ਗੁਰਮੁਖ ਉਭਰੇ, ਗੁਰਮੁਖ ਬਚ ਗਏ ਕਿਵੇਂ? ਜਿਨੀ ਸੱਚ ਨਾਮ ਚਿਤ ਲਾਇਆ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦੇ ਨਾਲ ਆਪਣਾ ਚਿੱਤ ਜੋੜਿਆ। ਨਹੀਂ ਤੇ ਸਤਿਗੁਰਾਂ ਨੂੰ ਕਹਿਣਾ ਪੈ ਗਿਆ, ਬਿਨ ਨਾਵੈ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ। ਮਹਾਰਾਜ ਕਹਿੰਦੇ ਨਾਮ ਤੋਂ ਬਿਨਾਂ ਸਾਰਾ ਸੰਸਾਰ ਹੀ ਕਮਲਾ ਹੋਇਆ ਫਿਰਦਾ। ਜਿਹੜੇ ਗੁਰਮੁਖ ਨੇ ਸਤ ਸੰਗਤ ਦੇ ਵਿੱਚ ਆਉਂਦੇ ਨੇ, ਸਤ ਸੰਗਤ ਦੇ ਵਿੱਚ ਆ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਜਿਹੜੇ ਸਫਲਾ ਕਰਦੇ ਨੇ, ਉਹਨਾਂ ਗੁਰਮੁਖਾਂ ਦੀ ਗੱਲ ਸਤਿਗੁਰ ਪਾਤਸ਼ਾਹ ਕਹਿ ਰਹੇ ਨੇ ਵੀ ਮਨਮੁਖ ਖਾਧੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿੱਤ ਲਾਇਆ। ਵੀ ਜਿਨ੍ਹਾਂ ਨੇ ਹਰੀ ਦੇ ਸੱਚੇ ਨਾਮ ਦੇ ਨਾਲ ਚਿੱਤ ਲਾਇਆ ਉਹ ਗੁਰਮੁਖ ਬਚ ਗਏ। ਜਿਵੇਂ ਆਪਾਂ ਸਾਰੀ ਸੰਗਤ ਇੱਥੇ ਦਰਬਾਰ ਦੇ ਵਿੱਚ ਸਾਧ ਸੰਗਤ ਹਰ ਪੂਰਨਮਾਸ਼ੀ ਦੀ ਤਰ੍ਹਾਂ ਇਸ ਪੂਰਨਮਾਸ਼ੀ 'ਤੇ ਵੀ ਹਾਜ਼ਰੀ ਭਰੀ ਹੈ। ਸਾਡਾ ਇਹ ਸਮਾਂ ਸਫਲਾ ਹੈ, ਲੇਖੇ ਦੇ ਵਿੱਚ ਲੱਗ ਰਿਹਾ। ਕਿਉਂਕਿ ਸਤਿਗੁਰਾਂ ਦਾ ਫਰਮਾਨ ਹੈ, ਕਿਨਕਾ ਏਕ ਜਿਸ ਜੀ ਵਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੈ। ਗੁਰਬਾਣੀ ਦਾ, ਸ਼ਬਦ ਦਾ, ਸਾਧ ਸੰਗਤ ਗੁਰੂ ਕੀ ਮੱਤ ਦਾ ਜੇ ਇੱਕ ਕਿਣਕਾ ਵੀ ਸਾਡੇ ਹਿਰਦੇ ਰੂਪੀ ਘਰ ਦੇ ਵਿੱਚ ਵਸ ਗਿਆ ਤੇ ਮਹਾਰਾਜ ਕਹਿੰਦੇ ਫਿਰ ਉਸ ਮਨੁੱਖ ਨੇ ਆਪਣੀਆਂ ਕੁੱਲਾਂ ਦਾ ਹੀ ਉਧਾਰ ਕਰ ਲਿਆ। ਉਹ ਗੁਰੂ ਕੀ ਕਿਰਪਾ ਦੇ ਪਾਤਰ ਬਣੇ। ਹੰਗਤਾ ਮਮਤਾ ਮੈਂ ਮੇਰੀ ਦਵੈਸ ਭਾਵਨਾ ਤੋਂ ਉਹ ਬਚ ਗਏ। ਹੁਣ ਸਾਧ ਸੰਗਤ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦਾ ਜੀਵਨ ਜੇਕਰ ਵੇਖਿਆ ਜਾਵੇ, ਸਾਧ ਸੰਗਤ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਆਪਣੇ ਜੀਵਨ ਦੇ ਵਿੱਚ 4 ਉਦਾਸੀਆਂ ਕੀਤੀਆਂ ਤੇ 4 ਉਦਾਸੀਆਂ ਦੇ ਦੌਰਾਨ ਉਹਨਾਂ ਨੇ ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਾਹ ਪਾਇਆ। ਸਾਰਾ ਜਗਤ ਪੂਜਦਾ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੂੰ, ਕਿਉਂਕਿ ਉਹ ਜਗਤ ਗੁਰੂ ਨੇ। ਤੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਜੀਵਨ ਕਾਲ ਦੇ ਵਿੱਚ 4 ਉਦਾਸੀਆਂ ਕੀਤੀਆਂ, ਸਤਿਗੁਰੂ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੂੰ ਸਾਰਾ ਸੰਸਾਰ, ਸਾਰਾ ਜਗਤ ਹੀ ਗੁਰੂ ਕਹਿ ਕੇ ਪੂਜਦਾ, ਉਹ ਗੁਰੂ ਨਾਨਕ ਜਿਹੜੇ ਸਾਧ ਸੰਗਤ ਸੈਦਪੁਰ ਦੀ ਧਰਤੀ 'ਤੇ ਗਏ
ਤੇ ਸਤਿਗੁਰ ਪਾਤਸ਼ਾਹ ਮਹਾਰਾਜ ਨੇ ਸਾਧ ਸੰਗਤ ਜਿੱਥੇ ਸੱਜਣ ਠੱਗ ਵਰਗਿਆਂ ਨੂੰ ਤਾਰਿਆ, ਜਿੱਥੇ ਭਾਈ ਲਾਲੋ ਵਰਗਿਆਂ ਨੂੰ ਜਾ ਕਰਕੇ ਤਾਰਿਆ, ਉੱਥੇ ਸਾਧ ਸੰਗਤ ਇੱਕ ਕੋਹੜੀ ਜਿਹਦੇ ਕੋਲ ਸਾਧ ਸੰਗਤ ਮਾਇਆ ਬਹੁਤ ਸੀ ਤੇ ਸਾਧ ਸੰਗਤ ਉਹਨੇ ਨਾਮ ਨਹੀਂ ਜਪਿਆ। ਕਿਸੇ ਵੇਲੇ ਕਈ ਵਾਰ ਬਹੁਤੀ ਮਾਇਆ ਵੀ ਮਨੁੱਖ ਨੂੰ ਸਾਧ ਸੰਗਤ ਸਿੱਧੇ ਮਾਰਗ ਤੋਂ ਕੁਮਾਰਗ ਤੇ ਪਾ ਦਿੰਦੀ ਹੈ। ਗੋਪਾਲਪੁਰ ਦਾ ਕੋਹੜੀ ਹੋਇਆ, ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਜ਼ਿਕਰ ਆਇਆ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਸਾਧ ਸੰਗਤ ਜਦੋਂ ਗੋਪਾਲਪੁਰ ਦੀ ਧਰਤੀ ਤੇ ਚਰਨ ਪਾਏ, ਵੇਖੋ ਇਹ ਅੱਜ ਦੀ ਗੱਲ ਨਹੀਂ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਸਮੇਂ ਤੇ ਵੀ ਇਹੋ ਜਿਹੇ ਲੋਕ ਸਨ ਜਿਹੜੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਕੇ, ਉਹਨਾਂ ਦੀ ਸਤ ਸੰਗਤ ਕਰਕੇ ਤੇ ਉਹਨਾਂ ਦੀ ਖੁਸ਼ੀ ਪ੍ਰਾਪਤ ਨਹੀਂ ਕਰ ਸਕੇ, ਉਹਨਾਂ ਦੀ ਬਖਸ਼ਿਸ਼ ਦੇ ਪਾਤਰ ਨਹੀਂ ਬਣੇ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਗੋਪਾਲਪੁਰ ਦੀ ਧਰਤੀ ਤੇ ਗਏ। ਸਮਾਂ ਸੀਮਤ ਹੈ, ਮੈਂ ਸਮਾਪਤੀ ਵਾਲੇ ਪਾਸੇ ਆਵਾਂ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜਦੋਂ ਗਏ ਤੇ ਭਾਈ ਮਰਦਾਨਾ ਜੀ ਉਹਨਾਂ ਦੇ ਨਾਲ, ਤੇ ਸਾਧ ਸੰਗਤ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਅੰਤਰਜਾਮੀ ਦਿਲਾਂ ਦੀ ਜਾਣਨ ਵਾਲੇ ਭਾਈ ਮਰਦਾਨਾ ਜੀ ਨੂੰ ਕਹਿੰਦੇ, ਮਰਦਾਨਿਆਂ ਆ ਸੇਠ ਨੂੰ ਪੁੱਛ ਸੰਧਿਆ ਵੇਲਾ ਵੀ ਜੇ ਤੂੰ ਦੁਕਾਨ ਬੰਦ ਕਰਕੇ ਜਾਵੇਂ ਤੇ ਕੀ ਅਸੀਂ ਤੇਰੀ ਦੁਕਾਨ ਦੇ ਬਾਹਰ ਰਾਤ ਕੱਟ ਲਈਏ। ਵੇਖੋ ਸਾਧ ਸੰਗਤ, ਸਾਰੇ ਸੰਸਾਰ ਜਗਤ ਗੁਰੂ ਰਹਿਣ ਵਾਸਤੇ ਥਾਂ ਮੰਗ ਰਿਹਾ, ਪਰ ਇਹ ਮਨਮੁਖ ਸੇਠ ਭਾਈ ਮਰਦਾਨਾ ਜੀ ਨੂੰ ਕਹਿੰਦਾ, ਮੈਂ ਤੁਹਾਨੂੰ ਜਾਣਦਾ ਨਹੀਂ, ਤੁਸੀਂ ਪਰਦੇਸੀ ਹੋ, ਮੈਂ ਤੁਹਾਨੂੰ ਜਾਣਦਾ ਨਹੀਂ, ਇਸ ਕਰਕੇ ਤੁਹਾਨੂੰ ਆਪਣੀ ਦੁਕਾਨ ਦੇ ਬਾਹਰ ਮੈਂ ਨਹੀਂ ਠਹਿਰਨ ਦੇਵਾਂਗਾ, ਤੁਸੀਂ ਅੱਗੇ ਚਲੇ ਜਾਓ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜਗਤ ਗੁਰੂ ਅੰਤਰਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ ਦਿਲਾਂ ਦੀ ਜਾਣਨ ਵਾਲੇ ਸਤਿਗੁਰੂ ਪਾਤਸ਼ਾਹ ਭਾਈ ਮਰਦਾਨੇ ਨੂੰ ਕਹਿੰਦੇ, ਭਾਈ ਮਰਦਾਨਾ ਅੱਜ ਅਕਾਲ ਪੁਰਖ ਦਾ ਹੁਕਮ ਕੁਝ ਹੋਰ ਹੀ ਹੈ, ਚੱਲ ਅੱਗੇ ਚੱਲ ਕੇ ਵੇਖਦੇ ਹਾਂ। ਤੇ ਸਾਧ ਸੰਗਤ ਜਦੋਂ ਗੋਪਾਲਪੁਰ ਨਗਰ ਤੋਂ ਬਾਹਰ ਨਿਕਲੇ, ਭਾਈ ਮਰਦਾਨਾ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੂੰ ਸੰਬੋਧਨ ਕਰਕੇ ਕਹਿੰਦਾ, ਸਤਿਗੁਰੂ ਉਹ ਸਾਹਮਣੇ ਝੌਂਪੜੀ ਹੈ ਜਿਹਦੇ ਵਿੱਚ ਇੱਕ ਦੀਵਾ, ਇੱਕ ਲਾਟ ਜਗ ਰਹੀ ਹੈ, ਚਾਨਣ ਮਨਾਰਾ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਾਣੀ ਜਾਣ ਕਹਿੰਦੇ, ਮਰਦਾਨਿਆਂ ਭਾਈ ਮਰਦਾਨਾ ਚੱਲ ਅੱਜ ਉੱਥੇ ਹੀ ਚੱਲੀਏ, ਉਸ ਪਰਮੇਸ਼ਰ ਦਾ ਹੁਕਮ ਹੀ ਇਹੋ ਹੈ ਵੀ ਅੱਜ ਦੀ ਰਾਤ ਉੱਥੇ ਹੀ ਕੱਟਣੀ ਹੈ। ਉੱਥੇ ਪਹੁੰਚੇ, ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦਾ ਹੁਕਮ ਪਾ ਕੇ ਭਾਈ ਮਰਦਾਨਾ ਜੀ ਆਵਾਜ਼ ਮਾਰਦੇ ਨੇ ਉਸ ਕੁਟੀਆ ਦੇ ਅੰਦਰ ਦੇ ਮਾਲਕ ਨੂੰ ਵੀ ਬਾਹਰ ਆਓ। ਸਾਧ ਸੰਗਤ 2-3 ਆਵਾਜ਼ਾਂ ਮਾਰੀਆਂ, ਅੰਦਰ ਸਾਧ ਸੰਗਤ ਵਾਪਸ ਕੋਈ ਆਵਾਜ਼ ਨਹੀਂ ਦੇ ਰਿਹਾ। ਸਤਿਗੁਰਾਂ ਦਾ ਹੁਕਮ ਪਾ ਕੇ ਭਾਈ ਮਰਦਾਨਾ ਜੀ ਹੱਥ ਵਾਹਿਗੁਰੂ ਅੰਦਰ ਗਏ ਤੇ 3 ਸਕਿੰਟ ਤੋਂ ਪਹਿਲਾਂ ਮੁਖ ਤੇ ਹੱਥ ਰੱਖ ਕੇ ਬਾਹਰ ਆ ਗਏ। ਸਤਿਗੁਰੂ ਅੰਦਰ ਤੇ ਬਹੁਤ ਬਦਬੂ ਹੈ, ਅੰਦਰ ਤੇ ਇੱਕ ਕੋਹੜੀ ਪਿਆ ਹੋਇਆ ਜਿਹਨੂੰ ਕੋਹੜ ਦਾ ਰੋਗ ਹੈ, ਅੰਦਰ ਤੇ ਬਹੁਤ ਬਦਬੂ ਹੈ, ਅੰਦਰ ਤੇ 1 ਸਕਿੰਟ ਵੀ ਰੁਕਿਆ ਨਹੀਂ ਜਾ ਰਿਹਾ। ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਭਾਈ ਮਰਦਾਨੇ ਨੂੰ ਕਹਿੰਦੇ, ਭਾਈ ਮਰਦਾਨਾ ਅੱਜ ਦੀ ਰਾਤ ਆਪਾਂ ਇੱਥੇ ਹੀ ਕੱਟਣੀ ਹੈ, ਇੰਜ ਕਰੋ ਇਸ ਕੋਹੜੀ ਨੂੰ ਬਾਹਰ ਲੈ ਕਰਕੇ ਆਓ। ਸਾਧ ਸੰਗਤ ਕਿਸੇ ਤਰ੍ਹਾਂ ਭਾਈ ਮਰਦਾਨਾ ਜੀ ਇਤਿਹਾਸ ਵਿੱਚ ਜ਼ਿਕਰ ਹੁੰਦਾ ਹੈ ਵੀ ਖਿੱਚ ਧਰੂ ਕੇ ਉਸ ਕੋਹੜੀ ਨੂੰ ਕੁਟੀਆ ਤੋਂ ਬਾਹਰ ਲੈ ਕਰਕੇ ਆਏ। ਹੁਣ ਇਹ ਗੋਪਾਲਪੁਰ ਦਾ ਕੋਹੜੀ ਸਾਧ ਸੰਗਤ ਜਦੋਂ ਦਰਸ਼ਨ ਕਰਦਾ ਹੈ ਸਤਿਗੁਰਾਂ ਦੇ ਤੇ ਬੜੀ ਕੰਬਣੀ ਹੋਈ ਆਵਾਜ਼ ਦੇ ਵਿੱਚ ਬੋਲਦਾ, ਕਹਿੰਦਾ ਤੁਸੀਂ ਕੌਣ ਹੋ? ਇੱਥੇ ਤੇ ਮਹੀਨਾ ਬਤੀਤ ਹੋ ਜਾਂਦਾ, ਕਿਸੇ ਮਨੁੱਖ ਦੇ ਦਰਸ਼ਨ ਨਹੀਂ ਹੁੰਦੇ। ਭਾਈ ਮਰਦਾਨਾ ਕਹਿੰਦੇ ਇਹ ਜਗਤ ਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ, ਇਹ ਤੁਹਾਡਾ ਉਧਾਰ ਕਰਨ ਵਾਸਤੇ ਆਏ ਨੇ। ਸਾਧ ਸੰਗਤ ਜਦੋਂ ਭਾਈ ਮਰਦਾਨਾ ਜੀ ਇਹ ਗੱਲ ਕਹਿੰਦੇ ਤੇ ਸਾਧ ਸੰਗਤ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੇ ਚਰਨਾਂ ਨੂੰ ਛੂੰਹਦਾ ਹੈ ਇਹ ਗੋਪਾਲਪੁਰ ਦਾ ਕੋਹੜੀ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਤਨਾਮ ਸ੍ਰੀ ਵਾਹਿਗੁਰੂ ਕਹਿ ਕੇ ਜਲ ਦਾ ਛਿੱਟਾ ਮਾਰਦੇ ਨੇ ਇਸ ਕੋਹੜੀ ਦੇ ਸਰੀਰ ਉੱਪਰ। ਪਰ ਵੱਡੀ ਗੱਲ ਸਾਧ ਸੰਗਤ, ਕਈ ਵਾਰੀ ਇੱਥੇ ਮਨ ਵਿੱਚ ਸ਼ੰਕਾ ਖੜਾ ਹੁੰਦਾ ਵੀ ਜਲ ਦੇ ਨਾਲ ਕਿਵੇਂ ਠੀਕ ਹੋ ਸਕਦਾ ਕੋਹੜੀ। ਸਾਧ ਸੰਗਤ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੀ ਨਿਗਾਹ ਜੇ ਕੋੜੇ ਰਿੱਠਿਆਂ ਤੇ ਪਈ, ਉਹ ਕੋੜੇ ਰਿੱਠੇ ਮਿੱਠੇ ਹੋ ਗਏ ਨੇ ਤੇ ਅਜੇ ਤੱਕ ਸਾਧ ਸੰਗਤ ਉਹ ਇਸੇ ਤਰ੍ਹਾਂ ਮਿੱਠੇ ਨੇ। ਤੇ ਸਾਧ ਸੰਗਤ ਜਗਤ ਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੇ ਜਦੋਂ ਦਰਸ਼ਨ ਕੀਤੇ, ਚਰਨਾਂ ਤੇ ਸਪਰਸ਼ ਕੀਤਾ ਤੇ ਸਾਧ ਸੰਗਤ ਨਦਰੋਂ ਨਦਰ ਨਿਹਾਲ ਹੋ ਗਿਆ ਇਹ ਗੋਪਾਲਪੁਰ ਦਾ ਕੋਹੜੀ। 9 ਬਰ 9 ਹੋ ਗਿਆ। ਸਤਨਾਮ ਸ੍ਰੀ ਵਾਹਿਗੁਰੂ ਦਾ ਸ਼ਬਦ ਜਿਹੜਾ ਸੀ ਸਾਧ ਸੰਗਤ
ਜਦੋਂ ਆਪਣੀ ਕੰਬਦੀ ਆਵਾਜ਼ ਦੁਆਰਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਕਹਿਣ ਤੇ ਇਸ ਨੇ ਬੋਲਿਆ, ਇਹਦਾ ਕੋੜ ਜਾਂਦਾ ਰਿਹਾ। ਸਾਧ ਸੰਗਤ ਫਿਰ ਇਸ ਨੇ ਆਪਣੇ ਜੀਵਨ ਦੀ ਗਾਥਾ ਸੁਣਾਈ, ਜਿਹਦੇ ਤੋਂ ਸਾਨੂੰ ਕਲਯੁਗੀ ਜੀਵਾਂ ਨੂੰ ਸੇਧ ਮਿਲਦੀ ਹੈ। ਇੱਥੇ ਮਾਇਆ ਦੀ ਗੱਲ ਹੈ। ਇਹ ਗੋਪਾਲਪੁਰ ਦਾ ਕੋੜੀ ਕਹਿੰਦਾ, ਸਤਿਗੁਰੂ ਬੇਅੰਤ ਬਖਸ਼ਿਸ਼ ਕੀਤੀ, ਬੇਅੰਤ ਵਡਿਆਈ ਕੀਤੀ, ਜੋ ਕਿ ਮੈਨੂੰ ਆਮ ਨਿਮਾਣੇ ਨੂੰ ਦਰਸ਼ਨ ਦਿੱਤਾ। ਕਹਿੰਦਾ ਸਤਿਗੁਰੂ ਮੇਰੇ ਪਾਸ ਮਾਇਆ ਬਹੁਤ ਸੀ। ਆਪਣੇ ਜੀਵਨ ਦੀ ਗਾਥਾ ਸੁਣਾਈ। ਕਹਿੰਦੇ ਉਸ ਮਾਇਆ ਦੇ ਨਾਲ ਮੈਂ ਕਦੇ ਦਸਵੰਧ ਨਹੀਂ ਕੱਢਿਆ ਗੁਰੂ ਦਾ, ਇਹਨਾਂ ਹੱਥਾਂ ਦੇ ਨਾਲ ਕਦੇ ਸੇਵਾ ਨਹੀਂ ਕੀਤੀ, ਇਹਨਾਂ ਪੈਰਾਂ ਦੇ ਨਾਲ ਕਦੇ ਸਤ ਸੰਗਤ ਵਿੱਚ ਨਹੀਂ ਗਿਆ ਚੱਲ ਕੇ, ਮਾੜੇ ਕੰਮ ਕੀਤੇ, ਐਸ ਫਰਸਤੀ ਕੀਤੀ, ਦੋਸਤਾਂ ਦੇ ਨਾਲ ਰਲ ਕੇ ਮੰਦਰਾਂ ਦਾ ਸੇਵਨ ਕੀਤਾ। ਤੇ ਸਾਧ ਸੰਗਤ ਆਪਣੇ ਜੀਵਨ ਦੀ ਗਾਥਾ ਦੱਸ ਰਿਹਾ ਇਹ ਗੋਪਾਲਪੁਰ ਦਾ ਕੋੜੀ। ਪਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਾਣੀ ਜਾਣ, ਦਿਲਾਂ ਦੀ ਜਾਣਨ ਵਾਲੇ। ਪਰ ਸਾਧ ਸੰਗਤ ਸਾਨੂੰ ਗਿਆਨ ਮਿਲਦਾ ਇਸ ਗਾਥਾ ਤੋਂ, ਇਸ ਪ੍ਰਸੰਗ ਤੋਂ। ਕਹਿੰਦਾ ਮੇਰੇ ਪਾਸ ਮਾਇਆ ਬਹੁਤ ਸੀ, ਚੰਗਾ ਕੰਮ ਕੋਈ ਨਹੀਂ ਕੀਤਾ, ਤੇ ਮਦਰਾ ਦਾ ਸੇਵਨ ਕੀਤਾ, ਐਸ ਫਰਸਤੀ ਬਹੁਤ ਕੀਤੀ, ਸੇਵਾ ਨਹੀਂ ਕੀਤੀ, ਚੰਗੇ ਕੰਮ ਨਹੀਂ ਕੀਤੇ, ਦਾਨ ਪੁੰਨ ਨਹੀਂ ਕੀਤਾ, ਜਿਹਦਾ ਫਲ ਮੈਨੂੰ ਇਹ ਮਿਲਿਆ ਵੀ ਮੈਨੂੰ ਇਹ ਕੋਹੜ ਦਾ ਰੋਗ ਹੋ ਗਿਆ। ਘਰ ਵਾਲਿਆਂ ਨੇ ਪਹਿਲਾਂ ਭਾਂਡੇ ਵੱਖਰੇ ਕੀਤੇ, ਫਿਰ ਇੱਕ ਦਿਨ ਉਹ ਵੀ ਆ ਗਿਆ ਜਦੋਂ ਆ ਪਿੰਡ ਤੋਂ ਬਾਹਰ ਮੈਨੂੰ ਕੁਟੀਆ ਇਹ ਝੁੱਗੀ ਪਾ ਕੇ ਦੇ ਗਏ। 15-15 ਦਿਨ, ਮਹੀਨੇ ਮੈਨੂੰ ਕਿਸੇ ਮਨੁੱਖ ਦੇ ਦਰਸ਼ਨ ਨਹੀਂ ਸੀ ਹੁੰਦੇ। ਤੇ ਸਤਿਗੁਰੂ ਜੀ ਤੁਸੀਂ ਬੇਅੰਤ ਕਿਰਪਾ ਕੀਤੀ, ਮੈਨੂੰ ਪਾਪੀ ਬੰਦੇ ਦਾ ਉਧਾਰ ਕੀਤਾ, ਮੈਨੂੰ ਤਾਰਿਆ। ਤੇ ਸਾਧ ਸੰਗਤ ਜਦੋਂ ਆਪਣੀ ਇਹ ਜੀਵਨ ਦੀ ਗਾਥਾ ਦੱਸਦਾ, ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਇਸ ਗੋਪਾਲਪੁਰ ਦੇ ਕੋੜੀ ਨੂੰ ਨਾਮ ਦੀ ਦਾਤ ਦੇ ਕਰਕੇ ਨਵਾਜਿਆ। ਰਹਿੰਦੇ ਜੀਵਨ ਤੱਕ ਸਾਧ ਸੰਗਤ ਗੁਰੂ ਘਰ ਵਿਖੇ ਸੇਵਾ ਕਰਕੇ, ਪਰਮੇਸ਼ਰ ਦਾ ਨਾਮ ਜਪ ਕੇ ਤੇ ਆਪਣੇ ਜੀਵਨ ਦਾ ਉਧਾਰ ਕਰਨ ਵਾਸਤੇ ਇਹਨੂੰ ਪ੍ਰੇਰਿਆ। ਇਹ ਗੋਪਾਲਪੁਰ ਦਾ ਕੋੜੀ ਜਿਹਨੇ ਸਾਧ ਸੰਗਤ ਸਤਿਗੁਰਾਂ ਦੇ ਪਾਵਨ ਬਚਨਾਂ ਨੂੰ ਸੁਣਿਆ, ਮੰਨਿਆ ਤੇ ਉਹਨਾਂ ਤੇ ਅਮਲ ਕੀਤਾ। ਤੇ ਸੱਜਣ ਠੱਗ ਦੇ ਇਤਿਹਾਸ ਤੋਂ ਆਪਾਂ ਸਾਰੇ ਜਾਣੂ ਆ। ਸੱਜਣ ਠੱਗ ਸਾਧ ਸੰਗਤ ਜਿਹਦਾ ਨਾਮ ਸੱਜਣ ਠੱਗ, ਵੇਖੋ ਸੱਜਣ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਬੇਨਤੀ ਨੂੰ, ਸਤਿਗੁਰਾਂ ਦੇ ਸ਼ਬਦ ਨੂੰ ਸੁਣਿਆ। ਉਹ ਸ਼ਬਦ ਸੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਗਾਵਿਆ, ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੈ ਲੇਖਾ ਮੰਗੀਐ ਤਿੱਥੈ ਖੜੇ ਦਿਸਨ। ਇਹ ਸ਼ਬਦ ਸੁਣਿਆ ਤੇ ਸੱਜਣ ਠੱਗ ਸੱਚਮੁੱਚ ਸੱਜਣ ਬਣ ਗਿਆ। ਪਰ ਅੱਜ ਅਸੀਂ ਦੁਨੀਆ ਦੇ ਲੋਕ ਜਿਹੜੇ ਆ ਸੱਜਣ ਠੱਗ ਨੂੰ ਸੱਜਣ ਠੱਗ ਕਰਕੇ ਯਾਦ ਕਰਦੇ ਹਾਂ। ਤੋ ਸਾਧ ਸੰਗਤ ਜੀਵਨ ਦੇ ਵਿੱਚ ਪਲਟਾ ਆਉਂਦਾ ਹੈ, ਸਤ ਸੰਗਤ ਦੇ ਵਿੱਚ ਆ ਕਰਕੇ ਜੀਵਨ ਦੇ ਵਿੱਚ ਤਬਦੀਲੀ ਆਉਂਦੀ ਹੈ। ਅਸੀਂ ਸਾਰੇ ਹੀ ਵਡਭਾਗੀ ਹਾਂ ਜੋ ਕਿ ਨਾਨਕਸਰ ਦੀ ਪਾਵਨ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਦੇ ਵਿੱਚ ਜੁੜਦੇ ਹਾਂ। ਤੇ ਸਾਧ ਸੰਗਤ ਨਾਨਕਸਰ ਭਗਤੀ ਦਾ ਘਰ। ਇੱਕ ਬੇਨਤੀ ਕਹਿ ਕੇ ਖਿਮਾ ਦੇ ਜਾਚਕ ਹੋਈਏ। ਸਾਧ ਸੰਗਤ ਕਿਉਂ ਹੈ ਭਗਤੀ ਦਾ ਘਰ? ਵੇਖੋ ਪਿਛਲੇ ਦਿਨੀ, ਪਿਛਲੇ ਮਹੀਨੇ ਦੀ ਗੱਲ ਹੈ, ਇੱਕ ਸੇਵਕ ਸਾਧ ਸੰਗਤ ਜਿਹੜਾ ਗੁਰੂ ਦੇ ਨਾਲੋਂ ਟੁੱਟਾ ਹੋਇਆ ਸੀ, ਦਾਸ ਨੂੰ ਉਹਨੇ ਸਾਧ ਸੰਗਤ ਹੁਕਮ ਕੀਤਾ ਵੀ ਮੈਂ ਗੁਰੂ ਘਰ ਜਾਣਾ ਚਾਹੁੰਦਾ। ਪਰਿਵਾਰ ਨੇ ਵੀ ਸਾਧ ਸੰਗਤ ਉਹਨਾਂ ਦੇ ਨੇ ਬੇਨਤੀ ਕੀਤੀ ਵੀ ਇਹ दारू ਦਾ ਸੇਵਨ ਬਹੁਤ ਕਰਦੇ ਨੇ ਤੇ ਗੁਰੂ ਘਰ ਵਿੱਚ ਜਾ ਕੇ ਸੰਤਾਂ ਮਹਾਂਪੁਰਸ਼ਾਂ ਤੋਂ ਬਚਨ ਕਰਾਈਏ। ਪਿਛਲੇ ਮਹੀਨੇ ਮਹਾਂਪੁਰਸ਼ਾਂ ਨੂੰ ਮਿਲੇ। ਮਹਾਂਪੁਰਸ਼ਾਂ ਨੇ ਸਾਧ ਸੰਗਤ ਸਾਧੂ ਬੋਲੇ ਸਹਿਜ ਸੁਭਾਏ। ਤੇ ਸਾਧ ਸੰਗਤ ਕਹਾਵਤ ਹੈ ਸਾਧੂ ਕਾ ਬੋਲਿਆ ਬਿਰਥਾ ਨਾ ਜਾਏ। ਤੇ ਸਾਧ ਸੰਗਤ ਸ੍ਰੀ ਮਾਨ ਬਾਬਾ ਰਾਮ ਸਿੰਘ ਜੀ ਸਾਡੇ ਅਤੀ ਸਤਿਕਾਰਯੋਗ, ਜਿਨ੍ਹਾਂ ਨੇ ਕੇਵਲ ਇਹ ਬਚਨ ਕਹੇ ਵੀ ਗੁਰੂ ਘਰ ਵਿਖੇ ਪ੍ਰਸ਼ਾਦੇ ਦੀ ਸੇਵਾ ਕਰੋ, ਲੰਗਰ ਲੈ ਕਰਕੇ ਆਵੋ ਤੇ ਤੁਸੀਂ ਠੀਕ ਹੋ ਜਾਓਗੇ। ਸਤਿਗੁਰੂ ਆਪ ਮਹਿਰਾਮਤ ਕਰਨਗੇ, ਕਿਰਪਾ ਕਰਨਗੇ। ਉਹ ਪਰਿਵਾਰ ਸਾਧ ਸੰਗਤ ਜਿਨ੍ਹਾਂ ਨੇ ਕੇਵਲ ਇਸ ਪਾਵਨ ਸਥਾਨ ਤੇ 15-20 ਦਿਨ ਸਾਧ ਸੰਗਤ ਸੇਵਾ ਕੀਤੀ, ਘਰੋਂ ਲੰਗਰ ਪਕਾ ਕਰਕੇ ਲੈ ਕੇ ਆਏ। ਸਾਧ ਸੰਗਤ ਉਹ ਟੁੱਟਾ ਹੋਇਆ ਮਨਮੁਖ ਪੁਰਸ਼ ਸਾਧ ਸੰਗਤ ਗੁਰੂ ਦੇ ਨਾਲ ਟੁੱਟਾ ਹੋਇਆ, ਜਿਹਦੇ ਤੇ ਕਦੇ ਉਮੀਦ ਨਹੀਂ ਵੀ ਇਹ ਅੰਮ੍ਰਿਤ ਛਕ ਸਕਦਾ ਹੈ, ਇਹ ਦਾੜੀ ਕੇਸ ਰੱਖ ਸਕਦਾ ਹੈ, ਗੁਰੂ ਵਾਲਾ ਬਣ ਸਕਦਾ ਹੈ। ਉਹ ਸਾਧ ਸੰਗਤ 20 ਦਿਨਾਂ ਬਾਅਦ 3 ਦਿਨ ਲਗਾਤਾਰ ਇਹ ਗੱਲ ਕਹਿੰਦਾ ਰਿਹਾ ਵੀ ਮੈਂ ਅੰਮ੍ਰਿਤ ਛਕਣਾ ਹੈ, ਮੈਂ ਗੁਰੂ ਵਾਲਾ ਬਣਨਾ ਹੈ। ਪਰ ਸਾਧ ਸੰਗਤ ਸਾਨੂੰ ਯਕੀਨ ਨਾ ਆਵੇ, ਕਿਉਂਕਿ ਸਾਧ ਸੰਗਤ ਵੀ ਕਿਤੇ ਅੰਮ੍ਰਿਤ ਛਕ ਕੇ ਬੇਦਬੀ ਨਾ ਕਰਦੇ, ਇਹ ਡਰ ਸੀ। ਸਾਧ ਸੰਗਤ ਤੀਜੇ ਚੌਥੇ ਦਿਨ ਫਿਰ ਜਿੱਦਣ ਸਾਧ ਸੰਗਤ ਬੜੀ ਵਿਸਥਾਰ ਦੇ ਨਾਲ ਪੁੱਛਿਆ ਵੀ ਜਦੋਂ ਅਸੀਂ ਅੰਮ੍ਰਿਤ ਛਕਦੇ ਹਾਂ, ਦਸਪੇਸ਼ ਪਿਤਾ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਹੈ। ਤੇ ਸਾਧ ਸੰਗਤ
ਉਹਨੂੰ ਨਿਭਾਉਣਾ ਹੈ। ਉੱਥੇ ਵੀ ਇਹ ਹੁਕਮ ਹੋਏਗਾ ਵੀ ਜਿਹਨੇ ਨਹੀਂ ਛਕਣਾ ਉਹ ਅਜੇ ਵੀ ਬਾਹਰ ਜਾ ਸਕਦਾ ਹੈ, ਕਿਸੇ ਦੇ ਨਾਲ ਧੱਕਾ ਨਹੀਂ। ਤੇ ਸਾਧ ਸੰਗਤ ਉਸ ਪ੍ਰਾਣੀ ਨੇ ਆ ਕਰਕੇ ਇੱਥੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਅੱਜ ਬੜੀ ਚੜ੍ਹਦੀ ਕਲਾ ਦੇ ਵਿੱਚ ਸਾਧ ਸੰਗਤ ਸਵੇਰੇ ਗੁਰੂ ਘਰ ਨਤਮਸਤਕ ਵੀ ਹੁੰਦੇ ਨੇ, ਮੱਥਾ ਟੇਕਦੇ ਨੇ ਤੇ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਿੱਥੇ ਕਰਦੇ ਨੇ, ਉੱਥੇ ਬਾਣੀ ਦੇ ਨਾਲ ਜੁੜੇ ਨੇ। ਇਹ ਵਿਸ਼ੇਸ਼ ਗੱਲ ਸਾਧ ਸੰਗਤ ਇਹ ਹੈ ਪਾਵਨ ਅਸਥਾਨ ਨਾਨਕਸਰ ਭਗਤੀ ਦਾ ਘਰ, ਕਿਉਂਕਿ ਦਾਸ ਨੇ ਵੀ ਲੁਧਿਆਣੇ ਦੀ ਧਰਤੀ ਤੇ ਸਾਧ ਸੰਗਤ ਨੂਰ ਵਾਲੇ ਨਾਨਕਸਰ ਦੀ ਸੰਪਰਦਾ ਦੇ ਵਿੱਚ ਰਹਿ ਕੇ ਕੁਝ ਸਮਾਂ ਬਤੀਤ ਕੀਤਾ, ਜਿੱਥੇ ਬਾਬਾ ਕੁੰਦਨ ਸਿੰਘ ਜੀ ਸੇਵਾ ਨਿਭਾਉਂਦੇ ਹੁੰਦੇ ਸਨ। ਨਾਨਕਸਰ ਦੀ ਇੱਕ ਮਰਿਆਦਾ ਹੈ, ਨਾਨਕਸਰ ਦੇ ਵਿੱਚ ਜਿੰਨੇ ਵੀ ਵਿਹੰਗਮ ਨੇ ਸਾਧ ਸੰਗਤ ਕੋਈ ਖਾਲੀ ਨਹੀਂ, 24 ਘੰਟੇ ਨਾਨਕਸਰ ਦੀ ਇਹ ਪੁਰਾਤਨ ਮਰਿਆਦਾ ਸੀ। ਸੁਖਮਨੀ ਸਾਹਿਬ ਜੀ ਦੇ ਪਾਠ ਚੱਲਦੇ ਸਨ, ਹਰ ਇੱਕ ਵਿਹੰਗਮ ਘੰਟਾ ਘੰਟਾ ਦੀ ਡਿਊਟੀ ਲਾਉਂਦਾ ਸੀ। ਦਾਸ ਵੀ ਸਾਧ ਸੰਗਤ ਦੀ ਸੇਵਾ ਨਿਭਾਉਂਦੇ ਰਹੇ ਲੁਧਿਆਣੇ ਦੀ ਪਾਵਨ ਧਰਤੀ ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਜਿਹੜੇ ਨੇ ਸਾਧ ਸੰਗਤ ਅਜੱਪਾ ਜਾਪ ਚੱਲਦੇ ਨੇ। ਇਹ ਬੇਅੰਤ ਬਖਸ਼ਿਸ਼, ਇਹ ਬੇਅੰਤ ਵਡਿਆਈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ। ਇਹ ਉਹ ਘਰ ਹੈ ਸਾਧ ਸੰਗਤ ਜਿੱਥੇ ਨਿਮਾਣਿਆਂ ਨੂੰ ਮਾਣ ਮਿਲਦਾ ਹੈ, ਨਿਤਾਣਿਆਂ ਨੂੰ ਤਾਣ ਤੇ ਨਿਓਟਿਆਂ ਨੂੰ ਓਟ ਮਿਲਦੀ ਹੈ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦਾ ਇੱਕ ਪਾਵਨ ਬਚਨ ਹੁੰਦਾ ਹੈ ਗੁਰਬਾਣੀ ਵਿੱਚ। ਮਹਾਰਾਜ ਕਹਿੰਦੇ ਦਰਬਵੰਤ ਦਰਬ ਦੇਖ ਗਰਬੈ, ਭੂਮਵੰਤ ਅਬਮਾਨੀ, ਰਾਜਾ ਜਾਣੈ ਸਗਲ ਰਾਜ ਹਮਰਾ, ਤਿਉ ਹਰਜਨ ਟੇਕ ਸੁਆਮੀ। ਹੁਣ ਇਹ ਦਰਬਵੰਤ ਕਿਹਨੂੰ ਕਿਹਾ? ਦਰਬਵੰਤ ਉਹ ਮਨੁੱਖ ਹੈ ਜਿਹਦੇ ਪਾਸ ਬਹੁਤੀ ਮਾਇਆ ਹੈ। ਮਾਇਆ ਸਾਧ ਸੰਗਤ ਬਹੁਤੀ ਹੋਵੇ ਇਹ ਹੋਣਾ ਜ਼ਰੂਰੀ ਹੈ, ਕਿਉਂਕਿ ਗ੍ਰਿਸ਼ਤੀ ਸੌਖੀ ਨਿਭ ਜਾਂਦੀ ਹੈ, ਪਰ ਮਾਇਆ ਜੇਬ ਤੱਕ ਸੀਮਤ ਹੋਵੇ। ਜਦੋਂ ਮਾਇਆ ਮਨ 'ਤੇ ਅਸਰ ਕਰਦੀ ਹੈ ਉਦੋਂ ਬੰਦੇ ਨੂੰ ਡੋਬ ਦਿੰਦੀ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦਾ ਮੁਬਾਰਕ ਬਚਨ ਦਰਬਵੰਤ ਦਰਬ ਦੇਖ ਗਰਬੈ, ਕਹਿੰਦੇ ਮਾਇਆ ਧਾਰੀ ਮਨੁੱਖ ਨੂੰ ਮਾਇਆ ਦਾ ਸਹਾਰਾ ਹੈ, ਪਰ ਕਿਤੇ ਉਹਦੇ ਅੰਦਰ ਹੰਕਾਰ ਵੀ ਹੈ। ਸਤਿਗੁਰੂ ਕਹਿੰਦੇ ਦਰਬਵੰਤ ਦਰਬ ਦੇਖ ਗਰਬੈ, ਭੂਮਵੰਤ ਅਭਿਮਾਨੀ, ਕਹਿੰਦੇ ਜਿਹੜਾ ਭੂਮੀ ਦਾ ਮਾਲਕ ਹੈ ਉਹਨੂੰ ਉਹਦਾ ਸਹਾਰਾ ਹੈ, ਇਹ ਚੰਗੀ ਗੱਲ ਹੈ, ਪਰ ਉਹਦੇ ਅੰਦਰ ਵੀ ਕਿਤੇ ਅਭਿਮਾਨ ਹੈ ਵੀ ਮੇਰੇ ਕੋਲ ਇਤਨੀ ਜ਼ਮੀਨ ਹੈ, ਮੈਂ ਇੰਨੀ ਜ਼ਮੀਨ ਦਾ ਮਾਲਕ ਹਾਂ। ਤੀਸਰੀ ਗੱਲ ਸਤਿਗੁਰੂ ਕਰਦੇ ਨੇ ਰਾਜੇ ਦੀ, ਕਹਿੰਦੇ ਰਾਜਾ ਜਾਣੈ ਸਗਲ ਰਾਜ ਹਮਰਾ, ਕਹਿੰਦੇ ਜੇ ਕਿਸੇ ਨੂੰ ਸਤਿਗੁਰਾਂ ਨੇ ਰਾਜ ਦੇ ਦਿੱਤਾ ਉਹ ਰਾਜਾ ਸੋਚਦਾ ਵੀ ਸਾਰੀ ਦੁਨੀਆ ਤੇ ਮੇਰਾ ਹੀ ਰਾਜ ਹੈ, ਪਰ ਵਿਸ਼ੇਸ਼ ਵਿਲੱਖਣਤਾ ਵਾਲੀ ਗੱਲ ਰਾਜਾ ਜਾਣੈ ਸਗਲ ਰਾਜ ਹਮਰਾ, ਉਹਦੇ ਅੰਦਰ ਵੀ ਹੰਕਾਰ ਹੈ। ਮਹਾਰਾਜ ਕਹਿੰਦੇ ਰਾਜਾ ਜਾਣੈ ਸਗਲ ਰਾਜ ਹਮਰਾ, ਤਿਉ ਹਰਜਨ ਟੇਕ ਸੁਆਮੀ, ਹਰ ਤੋਂ ਹਰੀ ਜਨ ਤੋਂ ਭਾਵ ਹਰੀ ਦਾ ਸੇਵਕ, ਤੇ ਸਾਧ ਸੰਗਤ ਟੇਕ ਤੋਂ ਭਾਵ ਆਸਰਾ। ਕਹਿੰਦੇ ਰਾਜੇ ਦੇ ਅੰਦਰ ਵੀ ਹੰਕਾਰ ਹੈ, ਜੇ ਕਿਸੇ ਕੋਲ ਬਹੁਤੀ ਜ਼ਮੀਨ ਹੈ ਉਹ ਵੀ ਅਭਿਮਾਨੀ ਹੈ। ਕਹਿੰਦੇ ਬਹੁਤੀ ਮਾਇਆ ਵਾਲਾ ਦਰਬਵੰਤ ਮਨੁੱਖ ਵੀ ਕਿਤੇ ਨਾ ਕਿਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਦੇ ਵਿੱਚ ਫਸ ਜਾਂਦਾ। ਪਰ ਵਿਸ਼ੇਸ਼ ਗੱਲ ਜਿਹੜਾ ਗੁਰੂ ਕਾ ਸੇਵਕ ਹੈ, ਸਿੱਖ ਹੈ, ਮਹਾਰਾਜ ਕਹਿੰਦੇ ਤਿਉ ਹਰਜਨ ਟੇਕ ਸੁਆਮੀ, ਹਰੀ ਦੇ ਸੇਵਕ ਨੂੰ ਗੁਰੂ ਦਾ ਆਸਰਾ ਹੈ। ਵਿਸ਼ੇਸ਼ ਗੱਲ ਉਹਦੇ ਅੰਦਰ ਹੰਕਾਰ ਨਹੀਂ ਹੈ। ਹੁਣ ਸਾਧ ਸੰਗਤ ਸਮਾਂ ਤੇ ਸਮਝ ਜ਼ਿੰਦਗੀ ਦੇ ਦੋ ਐਸੇ ਪਹਿਲੂ ਨੇ, ਜਿਸ ਬੰਦੇ ਕੋਲ ਸਮਝ ਹੋਵੇਗੀ ਉਹਦੇ ਹੱਥੋਂ ਸਮਾਂ ਨਿਕਲ ਚੁੱਕਿਆ ਹੋਏਗਾ। ਭਾਵੇਂ ਇਹ ਜਰਨਲ ਨੌਲੇਜ ਦੀ ਗੱਲ ਹੈ, ਪਰ ਗਿਆਨ ਮਿਲਦਾ ਹੈ। ਤੇ ਜਿਹਦੇ ਕੋਲ ਸਾਧ ਸੰਗਤ ਸਮਾਂ ਹੈ ਉਹਨੂੰ ਸਮਝ ਨਹੀਂ ਆਉਂਦੀ ਹੁਣ ਕੀ ਕਰਾਂ, ਤੇ ਜੇ ਸਾਧ ਸੰਗਤ ਸਮਝ ਆ ਜਾਵੇ ਤੇ ਸਮਾਂ ਉਹਦੇ ਹੱਥੋਂ ਨਿਕਲ ਚੁੱਕਿਆ ਹੁੰਦਾ ਹੈ। ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਦੇ ਨਾਲ ਸਮਾਂ ਅਤੇ ਸਮਝ ਦੋਵੇਂ ਕਿਸੇ ਮਨੁੱਖ ਨੂੰ ਮਿਲ ਜਾਣ, ਉਹ ਮਨੁੱਖ ਸਾਧ ਸੰਗਤ ਗੁਰੂ ਕੀ ਕਿਰਪਾ ਦਾ ਪਾਤਰ ਹੈ, ਵਡਭਾਗੀ ਹੈ। ਆਓ ਸਮਾਪਤੀ ਵਾਲੇ ਪਾਸੇ ਆਈਏ। ਸਾਰੀ ਸੰਗਤ ਆਪਣੀ ਰਸਨਾ ਪਵਿੱਤਰ ਕਰੋ। ਸਾਰੇ ਬੋਲੋ ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ, ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ। ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਸਾਧ ਸੰਗਤ ਸਾਰਿਆਂ ਦੀ ਹਾਜ਼ਰੀ ਲੱਗ ਗਈ। ਇਸੇ ਤਰ੍ਹਾਂ
ਸਾਧ ਸੰਗਤ ਗੁਰੂ ਦਰਬਾਰ ਦੀਆਂ ਰੌਣਕਾਂ ਨੂੰ ਆਪਾਂ ਹਰ ਪੂਰਨਮਾਸੀ ਨੂੰ ਆ ਕਰਕੇ ਵਧਾਇਆ ਕਰੀਏ, ਸਤ ਸੰਗਤ ਵਿੱਚ ਜੁੜਿਆ ਕਰੀਏ। ਸਮਾਂ ਥੋੜਾ ਜਿਹਾ ਉੱਪਰ ਹੋ ਗਿਆ। ਸਾਧ ਸੰਗਤ ਜਿੱਥੇ ਪ੍ਰੇਮ ਹੁੰਦਾ ਹੈ ਉੱਥੇ ਨੇਮ ਨਹੀਂ ਵੇਖਿਆ ਜਾਂਦਾ। ਤੇ ਸਤਿਗੁਰ ਪਾਤਸ਼ਾਹ ਕਿਰਪਾ ਕਰਨ, ਸਤਿਗੁਰਾਂ ਦੇ ਪਾਵਨ ਬਚਨ ਸਾਡੀ ਸਮਝ ਵਿੱਚ ਆਉਣ, ਸਤਿਗੁਰਾਂ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਦਾ ਯਤਨ ਕਰੀਏ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ, ਸਤਿਕਾਰ ਸਤ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਇਸ ਮਹੀਨੇ ਦੇ ਵਿੱਚ ਵਿਸਾਖ ਧੀਰਨ ਕਿਉਂ ਵਾਢੀਐ, ਜਿਨ੍ਹਾਂ ਪ੍ਰੇਮ ਵਿਛੋ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਤਰੋ। ਪੁੱਤਰ ਕਲੱਤਰ ਨਾ ਸੰਗਤ ਨਾ ਹਰ ਬਨਾਸੀਓ, ਪਲਚ ਪਲਚ ਸਗਲੀ ਮੋਈ ਝੂਠੇ ਧੰਦੇ ਮੋਹ, ਇੱਕ ਸਹਰ ਕੇ ਨਾਮ ਬਿਨ ਅੱਗੇ ਲਈਏ ਖੋ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਮਨੁੱਖ ਪਰਮਾਤਮਾ ਤੋਂ ਵਿਛੜ ਕੇ ਤੇ ਇਸ ਪੁੱਤਰ ਕਲੱਤਰ ਧਰਤੀ ਜਾਇਦਾਦ ਸਭ ਕੁਝ ਜੋ ਕੁਝ ਵੀ ਆਪਾਂ ਸਮਝਦੇ ਹਾਂ ਉਹਦੇ ਨਾਲ ਜੁੜਿਆ ਹੋਇਆ, ਉਹ ਸਾਰੇ ਦਾ ਸਾਰਾ ਇੱਥੇ ਹੀ ਰਹਿ ਜਾਣਾ ਹੈ ਤੇ ਕੇਵਲ ਨਾਲ ਕੀ ਜਾਣਾ ਹੈ, ਪਰਮਾਤਮਾ ਦਾ ਨਾਮ। ਪਲਚ ਪਲਚ ਸਗਲੀ ਮੋਈ ਝੂਠੇ ਧੰਦੇ ਮੋਹ, ਏਕ ਸਹਰ ਕੇ ਨਾਮ ਬਿਨ ਅੱਗੇ ਲਈਏ ਖੋ। ਜੋ ਕੁਝ ਆਪਣੇ ਕੋਲ ਜਿਸ ਪਿੱਛੇ ਮਨੁੱਖ ਲੱਗਾ ਹੋਇਆ ਹੈ ਇਕੱਠਾ ਕਰਨ ਲਈ, ਸੰਗ੍ਰਹਿ ਕਰਨ ਲਈ, ਉਹ ਸਾਰੇ ਦਾ ਸਾਰਾ ਇੱਥੇ ਰਹਿ ਜਾਣਾ। ਤੇ ਸਤਿਗੁਰੂ ਜੀ ਕਹਿੰਦੇ ਨੇ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਜਿਹੜਾ ਸਤਸੰਗ ਵਿੱਚ ਆ ਗਿਆ, ਗੁਰੂ ਦੀ ਸੰਗਤ ਵਿੱਚ ਆ ਗਿਆ, ਉਹਨੇ ਹੌਲੀ ਹੌਲੀ ਉਹਨੂੰ ਜੀਵਨ ਸੇਧ ਮਿਲ ਜਾਣੀ ਆ ਤੇ ਇਸ ਜੀਵਨ ਦੇ ਮਨੋਰਥ ਦੀ ਪੂਰਤੀ ਹੋ ਜਾਣੀ ਹੈ। ਇੱਥੇ ਹੀ ਸਮਾਪਤੀ ਹੈ। ਬਹੁਤ ਬਹੁਤ ਧੰਨਵਾਦ ਭਾਈ ਮਲਕੀਤ ਸਿੰਘ ਜੀ ਦਾ।